ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਮਡਸਲਾਈਡ ਸੇ ਹੜ੍ਹਾਂ ਦੇ ਕਾਰਨ ਨੌਕਰੀਆਂ ਗਵਾਉਣ ਵਾਲਿਆਂ ਦੇ ਲਈ ਆਈ ਸਰਕਾਰੀ ਮਦਦ। ਪ੍ਰਭਾਵਿਤ ਹੋਏ ਲੋਕ ਤੁਰੰਤ ਕਰ ਸਕਦੇ ਨੇ ਇੰਪਲੋਇਮੈਂਟ ਇੰਸ਼ੋਰੈਂਸ ਬੈਨੀਫਿਟ ਲਈ ਅਪਲਾਈ। ਕਿ BC ਦੇ ਵਿੱਚ ਦਸਤਕ ਦੇਣ ਵਾਲਾ ਹੈ ਇੱਕ ਹੋਰ ਤੂਫਾਨ। ਵਾਤਾਵਰਣ ਕੈਨੇਡਾ ਨੇ BC ਦੇ ਉੱਤਰੀ ਕੋਸਟ ਦੇ ਵੱਲ ਇੱਕ ਹੋਰ ਤੂਫਾਨ ਆਉਣ ਦੀ ਦਿੱਤੀ ਚੇਤਾਵਨੀ। ਭੋਜਨ ਤੇ ਤੇਲ ਦੇ ਲਈ ਅਮਰੀਕਾ ਜਾਣ ਵਾਲਿਆਂ ਨੂੰ ਮਿਲੀ ਛੋਟ। ਕੈਨੇਡਾ ਵਾਪਸੀ ਕਰਦੇ ਸਮੇਂ PCR ਟੈਸਟ ਤੇ ਕੁਆਰੰਟੀਨ ਪ੍ਰਕਿਰਿਆ ਦੀ ਨਹੀਂ ਹੋਵੇਗੀ ਲੋੜ। ਖਬਰਾਂ ਵਿਸਥਾਰ ਦੇ ਨਾਲ। ਵੱਡੀ ਖਬਰ ਇਸ ਵੇਲੇ ਦੀ। ਫੈਡਰਲ ਸਰਕਾਰ ਨੇ BC ਦੇ ਲੋਕਾਂ ਨੂੰ ਮੰਗ ਕੀਤੀ ਹੈ ਕਿ ਜਿਹੜੇ ਲੋਕ ਹੜ੍ਹਾਂ ਤੇ ਮਡ ਸਲਾਈਡਸ ਦੇ ਵਿਚਾਲੇ ਬੇਘਰ ਹੋਏ ਨੇ ਜਾਂ ਜਿਹੜੇ ਲੋਕਾਂ ਨੇ ਨੌਕਰੀਆਂ ਗਵਾਈਆਂ ਨੇ ਉਹ ਜਲਦੀ ਤੋਂ ਜਲਦੀ ਜਿਹੜਾ ਇੰਪਲੋਇਮੈਂਟ ਇੰਸ਼ੋਰੈਂਸ ਬੈਨੀਫਿਟ ਲਈ ਅਪਲਾਈ ਕਰ ਸਕਦੇ ਨੇ। ਫੈਡਰਲ ਇੰਪਲੋਇਮੈਂਟ ਮੰਤਰੀ ਕਾਰਲਾ ਕੁਆਟਰੋ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੇ ਇੰਪਲੋਇਮੈਂਟਸ ਦੇ ਲਈ ਜਿਹੜਾ ਇੰਪਲੋਇਮੈਂਟ ਦੇ ਰਿਕਾਰਡ ਵਿਖਾਉਣ ਦੀ ਸ਼ਰਤ ਨੂੰ ਹਟਾ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰ ਸਮਝਦੀ ਹੈ ਕਿ ਹਾਲ ਦੀ ਘੜੀ ਬਹੁਤ ਸਾਰੇ ਲੋਕਾਂ ਦੇ ਲਈ ਸਹੀ ਦਸਤਾਵੇਜ਼ ਹਾਸਿਲ ਕਰਨਾ ਮੁਸ਼ਕਿਲ ਭਰਿਆ ਹੋ ਸਕਦਾ ਹੈ। ਉਹਨਾਂ ਕਿਹਾ ਕਿ ਸਰਕਾਰ ਇਹ ਵੀ ਸਮਝਦੀ ਹੈ ਕਿ ਕਈ ਲੋਕਾਂ ਨੇ ਜਿਹੜਾ ਉਹ ਪੈਂਡੈਮਿਕ ਬੈਨੀਫਿਟਸ ਵਿਚਾਲੇ EI ਗਵਾਈ ਹੋ ਸਕਦੀ ਹੈ। ਉਹਨਾਂ ਕਿਹਾ ਕਿ ਸਰਕਾਰ ਇਸ ਦਾ ਹੱਲ ਵੀ ਕੱਢੇਗੀ ਤੇ ਪ੍ਰਭਾਵਿਤ ਨਾਗਰਿਕਾਂ ਨੂੰ ਮਦਦ ਪਹੁੰਚਾਈ ਜਾਵੇਗੀ। ਉਧਰ BC ਦੇ ਵਿੱਤ ਮੰਤਰੀ ਦਾ ਇਹ ਕਹਿਣਾ ਹੈ ਕਿ ਸੂਬੇ ਦੇ ਜਿਹੜਾ ਉਹ ਇਕੋਨਮੀ ਸਹੀ ਦਿਸ਼ਾ ਦੇ ਵਿੱਚ ਵੱਧ ਰਹੀ ਸੀ ਤੇ ਤਾਜ਼ਾ ਵਿੱਤੀ ਨਤੀਜਿਆਂ ਦੇ ਵਿੱਚ ਚੰਗੇ ਇਕੋਨੋਮਿਕ ਜਿਹੜੇ ਨੇ ਉਹ ਰੀਬਾਊਂਡ ਦਾ ਅੰਦਾਜ਼ਾ ਸੀ। ਸੈਲੇਨਾ ਰੋਬਿਨਸਨ ਨੇ ਕਿਹਾ ਹੈ ਕਿ ਹਾਲ ਦੇ ਇਹਨਾਂ ਸੂਬੇ ਦੇ ਵਿੱਚ ਦਸਤਕ ਦੇਣ ਵਾਲੇ ਹੜ੍ਹਾਂ ਤੇ ਮਡ ਸਲਾਈਡਸ ਨੇ ਇਸ ਵਿੱਤੀ ਰਿਕਵਰੀ ਦੇ ਵਿੱਚ ਫਿਰ ਤੋੜੀਕਾ ਪਾ ਦਿੱਤਾ ਹੈ। ਹਾਲਾਂਕਿ ਤਾਜ਼ਾ ਅਨੁਮਾਨ ਦੇ ਵਿੱਚ ਇਸ ਨੁਕਸਾਨ ਦੇ ਨਾਲ ਸੰਬੰਧਿਤ ਵੇਰਵੇ ਜਿਹੜੇ ਨੇ ਉਹ ਸਹੀ ਤਰੀਕੇ ਨਾਲ ਸ਼ਾਮਿਲ ਨਹੀਂ ਕੀਤੇ ਗਏ ਨੇ। ਉਹਨਾਂ ਕਿਹਾ ਕਿ ਸੂਬੇ ਦੇ ਵੱਲੋਂ ਹੜ੍ਹਾਂ ਤੇ ਮਡ ਸਲਾਈਡਸ ਦੇ ਕਾਰਨ ਹੋਏ ਨੁਕਸਾਨ ਵਿਚਾਲੇ ਸੂਬਾ ਸਰਕਾਰ ਸਾਫ਼ ਸਫਾਈ ਤੇ ਹੋਰ ਮਾਮਲਿਆਂ ਦੇ ਵਿੱਚ ਯੋਗਦਾਨ ਪਾਏਗੀ। ਉਹਨਾਂ ਕਿਹਾ ਕਿ ਸਰਕਾਰ ਦੇ ਵੱਲੋਂ ਹਾਈਵੇ ਤੇ ਹਾਲ ਦੇ ਨਾਲ ਸੰਬੰਧਿਤ ਖਰਚੇ ਵੀ ਜਿਹੜੇ ਉਹ ਚੁੱਕੇ ਜਾਣਗੇ। ਰੋਬਿਨਸਨ ਨੇ ਕਿਹਾ ਹੈ ਕਿ ਫਿਸਕਲ ਜਿਹੜਾ ਅਪਡੇਟ ਹੈ ਦੇ ਵਿੱਚ ਡੈਫਿਸਿਟਸ ਦਾ ਅਨੁਮਾਨ ਜਿਹੜਾ ਹੈ ਉਹ $1.7 ਜਿਹੜਾ ਹੈ ਉਹ ਬਿਲੀਅਨ ਦਾ ਹੈ, ਜੋ ਕਿ ਪਹਿਲਾਂ ਦੀ $4.8 ਬਿਲੀਅਨ ਦੀ ਜਿਹੜੀ ਹੈ ਉਹ ਪ੍ਰੋਜੈਕਸ਼ਨ ਤੋਂ ਘੱਟ ਹੈ। ਉਹਨਾਂ ਦੱਸਿਆ ਕਿ ਬੀਤੇ ਕੁਝ ਮਹੀਨਿਆਂ ਦੇ ਵਿੱਚ ਰੈਵਨਿਊਜ਼ ਦੇ ਵਿੱਚ ਵੀ ਵਾਧਾ ਹੋਇਆ ਹੈ ਜੋ $3 ਬਿਲੀਅਨ ਤੱਕ ਪਹੁੰਚ ਗਏ ਨੇ। BC ਦੇ ਵਿੱਚ ਜਿਵੇਂ ਦੇ ਹਾਲਾਤ ਹੜ੍ਹਾਂ ਦੇ ਕਾਰਨ ਬਣੇ ਹੋਏ ਨੇ ਅਜਿਹੇ ਦੇ ਵਿੱਚ ਕੁਝ ਚੀਜ਼ਾਂ ਫਿਲਹਾਲ ਜਿਹੜੀਆਂ ਨੇ ਉਹ ਰੱਦ ਕੀਤੀਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚ ਸ਼ਾਮਿਲ ਹੈ ਗਲਾਸ ਰੀਸਾਈਕਲਿੰਗ ਪਿਕਅਪ। ਹੜ੍ਹ ਦੇ ਨਤੀਜੇ ਦੇ ਵਜੋਂ ਜਿਹੜਾ ਉਹ ਕਰਬਸਾਈਡ ਪਿਕਅਪ ਹੁਣ ਕੁਝ ਜਿਹੜੀਆਂ ਨੇ ਉਹ ਸਮੱਗਰੀਆਂ ਸਵੀਕਾਰ ਨਹੀਂ ਕਰਨਗੀਆਂ। ਜਿਹੜਾ ਰੀਸਾਈਕਲਿੰਗ BC ਦਾ ਇਹ ਕਹਿਣਾ ਹੈ ਕਿ ਐਬਸਫੋਰਡ ਦੇ ਵਿੱਚ ਕੱਚ ਦੀ ਸਹੂਲਤ ਪਾਣੀ ਦੇ ਹੇਠਾਂ ਹੈ ਤੇ ਮੁੱਖ ਹਾਈਵੇ ਅਜੇ ਵੀ ਬੰਦ ਨੇ। ਵਸਨੀਕਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਫੋਮ ਤੇ ਕੱਚ ਦੀ ਸਮੱਗਰੀ ਅਜੇ ਜਿਹੜੀ ਹੈ ਉਹ ਬਿਨ ਦੇ ਵਿੱਚ ਨਾ ਸੁੱਟੋ ਜਦੋਂ ਤੱਕ ਸੇਵਾ ਮੁੜ ਤੋਂ ਬਹਾਲ ਨਹੀਂ ਹੋ ਜਾਂਦੀ। BC ਦੇ ਇਤਿਹਾਸਕ ਹੜ੍ਹ ਦੇ ਪ੍ਰਭਾਵ ਉੱਚੇ ਪਾਣੀ ਤੋਂ ਬਹੁਤ ਦੂਰ ਤੱਕ ਪਹੁੰਚ ਰਹੇ ਨੇ। ਆਉਣ ਵਾਲੇ ਭਵਿੱਖ ਦੇ ਲਈ ਕੁਝ ਵਸਤੂਆਂ ਨੂੰ BC ਵਿੱਚ ਰੀਸਾਈਕਲਿੰਗ ਬਿਨ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। ਤੂਫਾਨ ਦੇ ਕਾਰਨਾਂ ਕਰਕੇ ਸੋਮਵਾਰ ਯਾਨੀ ਅੱਜ 22 ਨਵੰਬਰ ਤੱਕ ਗਲਾਸ ਮਟੀਰੀਅਲ ਤੇ ਫੋਮ ਪੈਕਿੰਗ ਨੂੰ ਨਹੀਂ ਚੁੱਕਿਆ ਜਾਏਗਾ। ਰੀਸਾਈਕਲ BC ਦਾ ਕਹਿਣਾ ਹੈ ਕਿ ਸ਼ੀਸ਼ੇ ਨੂੰ ਸਹੂਲਤਾਂ ਪ੍ਰਾਪਤ ਕਰਨ ਤੋਂ ਲੈ ਕੇ ਅੰਤਰਲੇ ਸ਼ੀਸ਼ੇ ਦੀ ਮਾਰਕੀਟ ਸਥਿਤੀ ਤੱਕ ਲਿਜਾਣ ਦੇ ਬਹੁਤ ਸਾਰੇ ਤਰੀਕੇ ਨੇ, ਕਿਉਂਕਿ ਜ਼ਿਆਦਾਤਰ ਦੱਖਣੀ BC ਅਜੇ ਵੀ ਮਡ ਸਲਾਈਡਸ ਤੇ ਵਾਸ਼ ਆਊਟ ਕਾਰਨ ਪ੍ਰਭਾਵਿਤ ਹੋਇਆ ਹੈ। ਡੇਵਿਡ ਲੈਫਿਪ ਕੰਪਨੀ ਨਾਲ ਜੁੜੇ ਨੁਮਾਇੰਦੇ ਨੇ ਦੱਸਿਆ ਹੈ ਕਿ ਆਖਰੀ ਮਾਰਕੀਟ ਲੋਕੇਸ਼ਨ ਉਹ ਹੈ ਜਿੱਥੇ ਕੱਚ ਦੀ ਸਮੱਗਰੀ ਨੂੰ ਰੀਸਾਈਕਲ ਕੀਤਾ ਜਾਂਦਾ ਹੈ। ਐਬਸਫੋਰਡ ਦੇ ਵਿੱਚ ਸਥਿਤ ਹੈ ਤੇ ਭਰੋਸਾ ਕੀਤਾ ਜਾਂਦਾ ਹੈ ਕਿ ਉਹ ਅਜੇ ਵੀ ਪਾਣੀ ਦੇ ਹੇਠਾਂ ਹੈ ਤੇ ਸਮੱਗਰੀ ਜਿਹੜੀ ਹੈ ਉਹ ਉਹਦੇ ਢੋਣ ਦੇ ਲਈ ਟਰੱਕ ਵੀ ਘੱਟ ਪੈ ਰਹੇ ਨੇ। ਲੈਬੈਫ ਨੇ ਕਿਹਾ ਹੈ ਕਿ ਹੜ੍ਹਾਂ ਨੇ ਟਰੱਕਾਂ ਦੀ ਉਪਲਬਧਤਾ ਨੂੰ ਵੀ ਪ੍ਰਭਾਵਿਤ ਕੀਤਾ ਹੈ, ਜੋ ਇਹਨਾਂ ਵਿੱਚੋਂ ਕੁਝ ਸੜਕਾਂ ਦੇ ਬੰਦ ਹੋਣ ਦੇ ਪਿੱਛੇ ਨੇ ਤੇ ਸਾਡੇ ਤੱਕ ਪਹੁੰਚਣ ਦੇ ਵਿੱਚ ਅਸਮਰਥ ਨੇ। ਜਦੋਂ ਤੱਕ ਸਥਿਤੀ ਦੇ ਵਿੱਚ ਸੁਧਾਰ ਨਹੀਂ ਹੁੰਦਾ, ਰੀਸਾਈਕਲ BC ਤੋਂ ਗਲਾਸ ਬੋਟਲਸ, ਗਲਾਸ ਜਾਰਸ ਤੇ ਫੋਮ ਪੈਕੇਜਿੰਗ ਚਿੱਟੇ ਜਾਂ ਕੋਈ ਹੋਰ ਰੰਗ ਦੇ ਨਹੀਂ ਲੈਣੇ ਚਾਹੀਦੇ। ਇਹ ਉਹਨਾਂ ਲੋਕਾਂ ਤੇ ਵੀ ਲਾਗੂ ਹੁੰਦਾ ਹੈ ਜੋ ਅਪਾਰਟਮੈਂਟਸ ਦੇ ਵਿੱਚ ਰਹਿੰਦੇ ਨੇ ਤੇ ਚਿੰਤਾਵਾਂ ਨੇ ਕਿ ਰੀਸਾਈਕਲਿੰਗ ਰੂਮਾਂ ਦੇ ਵਿੱਚ ਕੱਚ ਦੇ ਵੱਡੇ ਢੇਰ ਰਹਿ ਜਾਣਗੇ। ਇਸ ਦੀ ਬਜਾਏ ਵਸਨੀਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਘਰ ਦੇ ਵਿੱਚ ਆਪਣੇ ਸ਼ੀਸ਼ੇ ਨੂੰ ਉਦੋਂ ਤੱਕ ਹੋਲਡ ਕਰੀ ਰੱਖਣ ਜਦੋਂ ਤੱਕ ਪਿਕਅਪ ਮੁੜ ਸ਼ੁਰੂ ਨਹੀਂ ਹੋ ਜਾਂਦਾ ਤੇ ਇਸ ਨੂੰ ਜਨਤਕ ਥਾਵਾਂ ਤੇ ਜਿਹੜਾ
ਉਹ ਡੰਪ ਨਾ ਕਰੋ। ਉਹਨਾਂ ਅਸਥਾਈ ਉਪਾਵਾਂ ਬਾਰੇ ਕਿਹਾ ਜੇਕਰ ਲੋਕ ਉਹਨਾਂ ਨੂੰ ਆਪਣੇ ਕੰਡੋ ਆਪਣੇ ਅਪਾਰਟਮੈਂਟ ਦੇ ਵਿੱਚ ਰੱਖ ਸਕਦੇ ਨੇ ਤਾਂ ਉਹਨਾਂ ਨੂੰ ਰੀਸਾਈਕਲਿੰਗ ਖੇਤਰ ਦੇ ਵਿੱਚ ਨਹੀਂ ਲਿਆ ਸਕਦੇ। ਸਿਰਫ ਕੱਚ ਇਸ ਦਾ ਬਹੁਤ ਵੱਡਾ ਪ੍ਰਭਾਵ ਹੋਵੇਗਾ। ਇਹ ਇਮਾਰਤ ਲਈ ਬਿਹਤਰ ਹੋਵੇਗਾ। ਉੱਥੇ 1 ਟਨ ਸਮੱਗਰੀ ਨਹੀਂ ਹੋਵੇਗੀ ਤੇ ਅਸੀਂ ਆਖਿਰਕਾਰ ਇਸ ਨੂੰ ਦੁਬਾਰਾ ਇਕੱਠੇ ਕਰਾਂਗੇ। ਜੇ ਤੁਸੀਂ ਇੱਕ ਇਮਾਰਤੀ ਕੰਪਲੈਕਸ ਦੇ ਵਿੱਚ ਰਹਿੰਦੇ ਹੋ ਜਿਸ ਦੇ ਵਿੱਚ ਕੂੜਾ ਤੇ ਰੀਸਾਈਕਲਿੰਗ ਕਮਰੇ ਦੇ ਵਿੱਚ एक मिक्सड कंटेनर बिन है, कंटेनर की किस्म के मुताबिक वक्रे डब्बियां दे उलट तां तुहानूं फिलहाल शीशे तो बाहर रखण लई कहा जाएगा। विकल्प इसनूं रिसाइकलिंग जिहड़ी है वो डीपू विच ले जाना उन्हां समग्रियां दे लई एक विकल्प नहीं है। कार्डबोर्ड कागज़ ते नरम प्लास्टिक नूं अजे भी कार्बसाइड ते रिसाइकलिंग डिपूआं ते स्वीकार किया जाएगा क्योंकि उन्हां नूं वधेरे संखेप तरीके नाल बेड़ ते स्टोर किया जा सकता है। दूजी चीज़ जिस बारे असी काफ़ी चिंतित हाँ वो है कि लोग अपना गिलास लै सकते हैं जिसनूं वो आम तौर पर रोक के रख सकते हैं। जेकर वो उन्हां भाईचारियां दे विच रहिंदे ने ते वो इसनूं अपने डब्बियां दे विच रख भी सकते हैं। ये उन्हां लोकां लई एक वड्डी सेहत ते सुरक्षा चिंता है जो रिसाइकलिंग दे विच काम करते हैं। उन्हां कहा साडे कोल कन्वेयर बेल्टां ने जो बहुत तेज़ी नाल चलदियां ने ते उन्हां कन्वेयर बेल्टां ते शीशे दे टुकड़े होण जो कंटेनरां दे नाल मिलाए जांदे ने सेहत लई काफ़ी खतरा हो सकता है। ये शराब दीयां बोतलां वांग कच दीयां बोतलां दी जमा रकम ते प्रभाव नहीं पाउंदा ते जो लोग अपणियां बोतलां वापस करदे ने वो अजे भी अजिहा कर सकदे ने। सेवा कदों तक पूरी तरह मुड़ बहाल होवेगी इसकी अजे कोई तारीख नहीं मिथी गई। न्यूज़ डेस्क तो चैनल पंजाबी। वातावरण विभाग ने जिहड़ा इस वेले दा मौसम है उस उत्ते खास तौर दे उत्ते अपनी नज़र रखी हुई है कि BC दे विच दस्तक दे रहा है एक होर तूफान जे जिहा है ਤਾਂ ਇੱਕ ਹੋਰ ਵੱਡੀ ਚੇਤਾਵਨੀ ਹੋ ਸਕਦੀ ਹੈ। ਵਾਤਾਵਰਣ ਕੈਨੇਡਾ ਦੇ ਵੱਲੋਂ ਜਾਰੀ ਕੀਤੀ ਚੇਤਾਵਨੀ ਦੇ ਮੁਤਾਬਕ ਇੱਕ ਹੋਰ ਤੂਫਾਨ BC ਦੇ ਉੱਤਰੀ ਕੋਸਟ ਦੇ ਵੱਲ ਜਿਹੜਾ ਹੈ ਉਹ ਵਧ ਰਿਹਾ ਹੈ। ਇਹਨਾਂ ਮੁਤਾਬਕ ਇੱਕ ਵਾਰ ਫਿਰ ਤੋਂ BC ਦੇ ਵਿੱਚ ਜ਼ਿਆਦਾ ਮੀਂਹ ਪਏਗਾ। ਹਾਇਦਾ ਕਵਾਈ ਤੇ 100 ਜਿਹੜਾ ਮਿਲੀਮੀਟਰ ਤੋਂ ਵੱਧ ਮੀਂਹ ਪਏਗਾ ਤੇ ਫਿਰ ਇਹ ਤੂਫਾਨ ਸੋਮਵਾਰ ਤੇ ਮੰਗਲਵਾਰ ਨੂੰ ਪਹਿਲਾਂ ਤੋਂ ਹੀ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਆ ਜਾਏਗਾ। ਵਾਤਾਵਰਣ ਕੈਨੇਡਾ ਨੇ ਦੱਸਿਆ ਹੈ ਕਿ ਭਾਰੀ ਬਾਰਿਸ਼ ਕਰਕੇ ਸੂਬੇ ਦੇ ਵਿੱਚ ਹੋਰ ਹੜ੍ਹ ਵੀ ਆ ਸਕਦੇ ਨੇ ਤੇ ਲੈਂਡਸਲਾਈਡਸ ਜਿਹੜੀਆਂ ਨੇ ਉਹ ਵੀ ਹੋ ਸਕਦੀਆਂ ਨੇ। ਪਬਲਿਕ ਸੇਫਟੀ ਮਿਨਿਸਟਰ ਮਾਈਕ ਫਨਵਰਥ ਨੇ ਕਿਹਾ ਹੈ ਕਿ ਜਿਹੜੇ ਇਲਾਕੇ ਹੜ੍ਹਾਂ ਕਰਕੇ ਪ੍ਰਭਾਵਿਤ ਨੇ ਉਹਨਾਂ ਦੇ ਵੱਲ ਉਹ ਖਾਸ ਧਿਆਨ ਦੇ ਰਹੇ ਨੇ। ਐਬਸਫੋਰਡ ਦੇ ਮੇਅਰ ਹੈਨਰੀ ਬਰਾਊਨ ਨੇ ਦੱਸਿਆ ਹੈ ਕਿ ਉਹਨਾਂ ਨੇ ਬੈਰੋਟਾਊਨ स्टेशन के दरवाजे जिहड़े ने खोल दिते ने ताकि इलाके दे विच पानी के पद्धर नूं घटाया जा सके। ते कल RCMP ने यह ऐलान भी किया है कि हाईवे 99 तो 3 होर लाशां बरामद होईयां ने जिस दे नाल मड स्लाइड्स करके होईयां मौतां की गिनती 4 हो गई है। उधर जिवें कि हुण तेल की शॉर्टेज करके बालन या भोजन की लोड़ लई किते जाना पै रहा, खास करके अमरीका दे विच तुहानूं जाना पैंदा है तां कैनेडा वापसी वेले क्वारंटीन या PCR टैसट तो जिहड़ा है वो तुहानूं डर लग रहा तां हुण उस तो ना डरो क्योंकि इस मौके ते CBSA ने छोड़ दी है कि जरूरी समान लैके आने वाले लोगों को ना तो करना पवेगा PCR टैसट ते ना ही होवेगी क्वारंटीन। पर जिहड़े लोग गैर जरूरी यात्रा कर रहे हैं ये नियम उन्हां दे उत्ते लागू नहीं होवेगा। कैनेडा बॉर्डर सर्विसिज एजेंसी के एक बयान के मुताबिक BC दे विच जो कुछ हो रहा है उसनूं देखते हुए यात्री ते जरूरी काम है जिन्हां नूं कैनेडा दे विच अपने निवास स्थान तक पहुँचण दे लई भोजन बालन वर्गियां लोड़ां तक पहुँच करन दे लई या ये यकीनी बनाउण दे लई कि यूनाइटेड स्टेट्स की यात्रा करनी चाहिए है जरूरी सेवावां ते आर्थिक सप्लाई चेन जारी है। कोविड-19 PCR टैसट कैनेडा आउण ते क्वारंटीन लोड़ां तो उन्हां नूं छूट है। BC विच असाधारण हालातां नूं देखते हुए भयानक हड़ां तो बाद फैडरल सरकार ने लोकां नूं भरोसा दिता है जिहड़े अपने घर वापस आउणा चाहुंदे ने। अजिहा उदों होया है क्योंकि सूबे दे कई हाईवे मिट्टी दे विच खिसकण ते हड़ां दे प्रभाव कारण बंद पए ने। कुछ सड़कां मुड़ खुल गईयां ने पर लोकां नूं अपनी यात्रा नूं सिर्फ जरूरी कारणा तक सीमित करन लई कहा जा रहा है। फैडरल पब्लिक सेफ्टी मंत्री बिल ब्लेयर ने एतवार नूं यह जानकारी दी कि लोअर मेनलैंड वैनकूवर खेतर विच तेल की कमी दीयां चिंतावां बारे जन सुरक्षा मंत्री ते सूबे के अंतरिम मंत्री माइक फनवर्थ नाल गल करनगे। उन्हां पुछिआ है कि की इह उन्हां व्यक्तियों के लिए संभव होवेगा जो मौजूदा समय दे विच सरहदी भाईचारिਆਂ ਦੇ नेड़े रहिंदे ने। अपने वाहनां नूं बालन लई संयुक्त राज दे विच पार करना ते वापसी ते PCR टैसट की जरूरत तो छूट दी जा सकती है।
ਇਹ ਉਹ ਚੀਜ਼ ਹੈ ਜਿਸ ਬਾਰੇ ਮੇਰਾ ਮੰਨਣਾ ਹੈ ਕਿ ਮੌਜੂਦਾ ਸਮੇਂ ਵਿੱਚ ਛੋਟ ਨਿਯਮਾਂ ਦੇ ਤਹਿਤ ਅਨੁਕੂਲਿਤ ਕੀਤਾ ਜਾ ਸਕਦਾ ਹੈ। ਛੋਟਾਂ ਸਿਧਾਂਤਕ ਤੌਰ ਤੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਸਰਹੱਦ ਦੇ ਇਸ ਪਾਸੇ ਸਪਲਾਈ ਲੜੀ ਤੇ ਪ੍ਰਭਾਵਾਂ ਦੇ ਵਿਚਕਾਰ ਤੇਲ ਭਰਨ ਜਾਂ ਕਰਿਆਨੇ ਦਾ ਸਮਾਨ ਖਰੀਦਣ ਲਈ ਸੰਯੁਕਤ ਰਾਜ ਦੇ ਵਿੱਚ ਗੱਡੀ ਚਲਾਉਣ ਤੇ ਇੱਕ ਕੋਵਿਡ-19 ਟੈਸਟ ਜਾਂ ਕੁਆਰੰਟਾਈਨ ਪ੍ਰਾਪਤ ਕੀਤੇ ਬਿਨਾਂ ਵਾਪਸ ਆਉਣਗੀਆਂ। CBSE ਨੇ ਕਿਹਾ ਹੈ ਇਹ ਛੋਟਾਂ ਉਹਨਾਂ ਲੋਕਾਂ ਤੇ ਲਾਗੂ ਨਹੀਂ ਹੁੰਦੀਆਂ ਜੋ ਗੈਰ ਜ਼ਰੂਰੀ ਤੌਰ ਤੇ ਯਾਤਰਾ ਕਰ ਰਹੇ ਨੇ। ਇਹ ਸਵੀਕਾਰ ਕਰਦਾ ਹੈ ਕਿ US ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਨਹੀਂ ਕਰ ਸਕਦੇ ਨੇ, ਪਰ ਇਹ ਜੋੜਿਆ ਜਾ ਰਿਹਾ ਹੈ ਕਿ CBSE ਇਸ ਅਸਾਧਾਰਨ ਸਮੇਂ ਦੌਰਾਨ ਲੰਘਣ ਦੀ ਸਹੂਲਤ ਲਈ USCBP ਸਮੇਤ ਸਾਡੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਬੁੱਧਵਾਰ ਨੂੰ ਇੱਕ ਬਿਆਨ ਦੇ ਵਿੱਚ CBP ਨੇ ਕਿਹਾ ਹੈ ਕਿ ਅਮਰੀਕਾ ਦੇ ਵਿੱਚ ਯਾਤਰਾ ਦੀਆਂ ਜ਼ਰੂਰਤਾਂ ਜਿਹੜੀਆਂ ਨੇ ਉਹ ਨਹੀਂ ਬਦਲੀਆਂ ਨੇ। ਇਹ ਅਸਪਸ਼ਟ ਹੈ ਕਿ ਕੀ ਨਿਯਮਾਂ ਨੂੰ ਕੈਨੇਡਾ ਦੀ ਬਾਰਡਰ ਏਜੰਸੀ ਦੁਆਰਾ ਦਰਸਾਏ ਛੋਟਾਂ ਨੂੰ ਅਪਡੇਟ ਕੀਤਾ ਗਿਆ ਹੈ। CPB ਦੇ ਪਿਛਲੇ ਬਿਆਨ ਦੇ ਮੁਤਾਬਕ US ਦੇ ਵਿੱਚ ਦਾਖਲ ਹੋਣ ਵਾਲੇ ਵਿਅਕਤੀਆਂ ਦੇ ਕੋਲ ਇੱਕ ਵੈਸਟਰਨ ਹੈਮਿਸਫੇਅਰ ਟਰੈਵਲ ਇਨੀਸ਼ੀਏਟਿਵ ਦਸਤਾਵੇਜ਼ ਹੋਣਾ ਚਾਹੀਦਾ ਹੈ, ਜਿਵੇਂ ਕਿ ਇੱਕ ਵੈਧ ਪਾਸਪੋਰਟ, ਭਰੋਸੇਮੰਦ ਟਰੈਵਲ ਪ੍ਰੋਗਰਾਮ ਕਾਰਡ, ਐਨਹਾਂਸਡ ਡਰਾਈਵਰਸ ਲਾਇਸੈਂਸ ਜਾਂ ਟਰਾਈਬਲ ਕਾਰਡ ਤੇ ਨਾਲ ਹੀ ਇੱਕ ਪ੍ਰਮਾਣਿਤ ਕੋਵਿਡ-19 ਟੀਕਾਕਰਨ ਦਾ ਸਬੂਤ। ਸਾਰੇ ਦਾਖਲੇ ਦੇ ਫੈਸਲੇ ਬਾਰਡਰ ਗਾਰਡ ਦੇ ਅਖਤਿਆਰ ਦੇ ਵਿੱਚ ਰਹਿੰਦੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੇ ਲਈ ਟੈਸਟਿੰਗ ਤੇ ਕੁਆਰੰਟਾਈਨ ਲੋੜਾਂ ਦੇ ਲਈ ਛੋਟਾਂ ਲਈ ਕਈ ਦਿਨ ਲਾਗੂ ਨੇ, ਜਿਨ੍ਹਾਂ ਨੂੰ ਕੈਨੇਡਾ ਰਾਹੀਂ ਤੇ ਵਾਪਸ ਜਾਣ ਲਈ ਅਮਰੀਕਾ ਵਿੱਚ ਜਾਣ ਦੀ ਲੋੜ ਹੈ। CBSE ਵੱਲੋਂ ਛੋਟ ਵਾਲੇ ਹੋਰ ਜ਼ਰੂਰੀ ਕਾਰਨਾਂ ਬਾਰੇ ਸਪਸ਼ਟੀਕਰਨ ਆਇਆ ਹੈ, ਕਿਉਂਕਿ ਬਹੁਤ ਸਾਰੇ ਲੋਕ ਗਰੋਸਰੀ ਦੀਆਂ ਦੁਕਾਨਾਂ ਤੇ ਖਰੀਦਾਰੀ ਕਰਨ ਲਈ ਘਬਰਾ ਗਏ ਤੇ ਜਿਵੇਂ ਕਿ ਮੌਸਮ ਦੇ ਪ੍ਰਭਾਵਾਂ ਕਾਰਨ ਤੇਲ ਦੀ ਸਪਲਾਈ ਦੇ ਮੁੱਦੇ ਵੀ ਪੈਦਾ ਹੋ ਗਏ। ਇਸ ਦੌਰਾਨ ਕੈਨੇਡਾ ਮਹੀਨੇ ਦੇ ਅੰਤ ਵਿੱਚ ਛੋਟੀਆਂ ਯਾਤਰਾਵਾਂ ਤੋਂ ਇਸ ਦੇਸ਼ ਦੇ ਵਿੱਚ ਪਰਤਣ ਵਾਲੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਲਈ ਟੈਸਟਿੰਗ ਲੋੜਾਂ ਨੂੰ ਖਤਮ ਕਰਨ ਲਈ ਤਿਆਰ ਹੈ। BC ਟਰੱਕਿੰਗ ਐਸੋਸੀਏਸ਼ਨ ਸੂਬੇ ਤੇ ਹੋਰ ਏਜੰਸੀਆਂ ਨੇ ਭਰੋਸਾ ਦਿਵਾਇਆ ਹੈ ਕਿ ਸੜਕਾਂ ਦੇ ਬੰਦ ਹੋਣ ਕਾਰਨ ਆਉਣ ਵਾਲੀਆਂ ਸਫ਼ਰੀ ਮੁਸ਼ਕਲਾਂ ਦੇ ਬਾਵਜੂਦ BC ਤੱਕ ਮਾਲ ਤੇ ਸੇਵਾਵਾਂ ਅਜੇ ਵੀ ਪਹੁੰਚਣ ਦੇ ਯੋਗ ਹੋਣ ਨੂੰ ਯਕੀਨੀ ਬਣਾਉਣ ਲਈ ਸਭ ਕੁਝ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਵਸਤੂਆਂ ਦਾ ਸਟਾਕ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। BC ਟਰੱਕਿੰਗ ਐਸੋਸੀਏਸ਼ਨ ਦੇ ਪ੍ਰਧਾਨ ਤੇ CEO ਨੇ ਕਿਹਾ ਹੈ ਕਿ ਇਸ ਵੇਲੇ ਬਹੁਤ ਸਾਰੇ ਬ੍ਰਿਟਿਸ਼ ਕੋਲੰਬੀਅਨ ਨੇ ਜਿਨ੍ਹਾਂ ਨੂੰ ਆਪਣੇ ਘਰ ਛੱਡਣੇ ਪਏ, ਜਿਨ੍ਹਾਂ ਦੇ ਘਰ ਤਬਾਹ ਹੋ ਗਏ, ਉਹਨਾਂ ਲਈ ਕੁਝ ਕਰਨ ਦੀ ਲੋੜ ਹੈ ਤੇ ਆਪਣੇ ਆਲੇ ਦੁਆਲੇ ਸਾਨੂੰ ਝਾਤ ਮਾਰਨ ਦੀ ਲੋੜ ਹੈ। ਸਮਾਨ ਦੇ ਰੂਪ ਦੇ ਵਿੱਚ ਕਾਫੀ ਸਪਲਾਈ ਹੈ, ਪਰ ਅਸੀਂ ਹੋਰਡਿੰਗ ਤੇ ਥੋਕ ਖਰੀਦਾਰੀ ਨਹੀਂ ਰੱਖ ਸਕਦੇ। ਸਰੀ ਬੋਰਡ ਆਫ ਟ੍ਰੇਡ ਦੇ CEO ਨੀਤਾ ਹੈਬਰਮੈਨ ਨੇ ਕਿਹਾ ਹੈ ਕਿ ਤਨਖਾਹ ਦੇ ਸਹਾਰੇ ਲੋਕ ਜੀ ਰਹੇ ਨੇ ਤੇ ਹਰ ਕੋਈ ਵੱਡੀ ਮਾਤਰਾ ਵਿੱਚ ਖਰੀਦਾਰੀ ਨਹੀਂ ਕਰ ਸਕਦਾ। ਦੱਖਣ ਪੱਛਮੀ BC, ਵੈਨਕੂਵਰ ਆਈਲੈਂਡ ਤੇ ਸਨਸ਼ਾਈਨ ਕੋਸਟ ਦੇ ਕੁਝ ਹਿੱਸਿਆਂ ਦੇ ਵਿੱਚ ਲੋਕ ਇਸ ਸਮੇਂ ਗੈਸ ਸਟੇਸ਼ਨ ਤੇ ਪ੍ਰਤੀ ਫੇਰੀ 30 ਲੀਟਰ ਤੱਕ ਸੀਮਿਤ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ BC ਦੇ ਹੜ੍ਹ ਪ੍ਰਭਾਵਿਤਾਂ ਦੇ ਲਈ ਲਗਾਤਾਰ ਲੋਕ ਸਰਬੱਤ ਦਾ ਭਲਾ ਸੰਦੇਸ਼ ਨੂੰ ਸਮਝਦੇ ਹੋਏ ਮਦਦ ਲਈ ਅੱਗੇ ਵਧ ਰਹੇ ਨੇ ਤੇ ਲਗਾਤਾਰ ਉਹਨਾਂ ਤੱਕ ਜ਼ਰੂਰੀ ਸਮਾਨ ਜਿਹੜਾ ਉਹ ਪਹੁੰਚਾਇਆ ਜਾ ਰਿਹਾ ਹੈ। ਸਾਰੀਆਂ ਜਥੇਬੰਦੀਆਂ ਤੇ ਗੁਰਦੁਆਰਾ ਸਾਹਿਬਾਨਾਂ ਦੇ ਵੱਲੋਂ ਲਗਾਤਾਰ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ। ਗੁਰਦੁਆਰਾ ਦਸ਼ਮੇਸ਼ ਦਰਬਾਰ ਤੇ ਇੱਕ ਸੰਸਾਰ ਫਾਊਂਡੇਸ਼ਨ ਦੇ ਵੱਲੋਂ ਹੈਲੀਕਾਪਟਰ ਰਾਹੀਂ ਪੀੜਤਾਂ ਤੱਕ ਖਾਣਾ, ਕੱਪੜੇ ਤੇ ਹੋਰ ਸਮਾਨ ਪਹੁੰਚਾਇਆ ਗਿਆ ਤੇ ਲਗਾਤਾਰ ਉਹਨਾਂ ਦੇ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਫਲੱਡ ਆਇਆ ਹੈ BC ਦੇ ਵਿੱਚ, ਉਸ ਦੇ ਵਿੱਚ ਜੋ ਸੰਗਤਾਂ ਫਸੀਆਂ ਨੇ, ਉੱਥੇ ਰੋਟੀ ਪਾਣੀ ਖਾਣ ਪੀਣ ਦਾ ਬੜਾ ਮਾੜਾ ਹਾਲ ਹੈ। ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਵੱਲੋਂ ਉਪਰਾਲਾ ਕੀਤਾ ਗਿਆ ਸੰਗਤਾਂ ਵੱਲੋਂ ਕਿ ਜੋ ਲੰਗਰ ਤਿਆਰ ਕਰਕੇ ਉੱਥੇ ਭੇਜਿਆ ਜਾ ਰਿਹਾ ਹੈ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਵੱਧ ਤੋਂ ਵੱਧ ਸੇਵਾ ਕਰੀਏ। ਜੋ ਪ੍ਰਾਣੀ ਉੱਥੇ ਫਸੇ ਪਏ ਨੇ ਉਹਨਾਂ ਦੀ ਆਪਾਂ ਸੇਵਾ ਕਰੀਏ। ਕੋਈ ਵੀ ਪ੍ਰਾਣੀ ਰੋਟੀ ਪਾਣੀ ਤੋਂ ਬਿਨਾਂ ਉੱਥੇ ਰਹਿ ਨਾ ਸਕੇ, ਆਪਾਂ ਸਭਨਾਂ ਨੇ ਪੂਰੀ ਉਹਨਾਂ ਦੀ ਹੈਲਪ ਕਰਨੀ ਹੈ। ਸੋ ਗੁਰਦੁਆਰਾ ਸਾਹਿਬ ਵੱਲੋਂ ਵੀ ਪੂਰਾ ਉਪਰਾਲਾ ਕੀਤਾ ਜਾਂਦਾ ਤੇ ਆਪ ਸੰਗਤਾਂ ਵੀ ਉਪਰਾਲਾ ਕਰੀਏ। ਗੌਰਮੈਂਟ ਵੱਲੋਂ ਵੀ ਉਪਰਾਲਾ ਹੋ ਰਿਹਾ, ਕਿਉਂਕਿ ਆਪਾਂ ਆਪ ਤਾਂ ਉੱਥੇ ਜਾ ਨਹੀਂ ਸਕਦੇ। ਇੱਥੋਂ ਜੋ ਹੈਲੀਕਾਪਟਰ ਨੇ ਉਹਨਾਂ ਉੱਤੇ ਸਾਰਾ ਜੋ ਰਸਤ ਪਾਣੀ ਦੇ ਭੇਜਿਆ ਜਾਂਦਾ ਹੈ। ਜੋ ਆਪ ਜੀ ਨੇ ਸੇਵਾ ਕਰਨੀ ਹੈ, ਗੁਰਦੁਆਰਾ ਸਾਹਿਬ ਆਪ ਰਸਤ ਪਾਣੀ ਪਕੜਾ ਸਕਦੇ ਹੋ, ਪਹੁੰਚਾ ਸਕਦੇ ਹੋ, ਤਾਂ ਕਿ ਉੱਥੇ ਪਹੁੰਚਾਇਆ ਜਾ ਸਕੇ, ਹੈਲੀਕਾਪਟਰ ਦੁਆਰਾ ਫਿਰ ਸੰਗਤਾਂ ਕੋਲ ਪਹੁੰਚ ਸਕੇ। ਸੋ ਇਹੋ ਬੇਨਤੀਆਂ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਜਲਦ ਹਾਜ਼ਰ ਹੁੰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਤੇ ਬ੍ਰੇਕ ਤੋਂ ਬਾਅਦ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਬੀਰ ਸਿੰਘ ਸੰਘਾ ਦੀ ਖਾਸ ਅਪਡੇਟ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਸਿੱਖ ਸਵੇਰੇ ਤੇ ਸ਼ਾਮ ਅਰਦਾਸ ਦੇ ਵਿੱਚ ਲੁਕਾਈ ਦਾ ਭਲਾ ਮੰਗਦੇ ਨੇ ਔਰ ਜਿੱਥੇ ਜਿੱਥੇ ਵੀ ਬੈਠੇ ਨੇ ਉਹ ਇਹਦੇ ਲਈ ਯਤਨਸ਼ੀਲ ਵੀ ਰਹਿੰਦੇ ਨੇ। ਔਰ ਇਸੇ ਹੀ ਕੜੀ ਦੇ ਅੰਦਰ ਐਡਮਿੰਟਨ ਸ਼ਹਿਰ ਦੇ ਸਰਦਾਰ ਮਨਜੀਤ ਸਿੰਘ ਨਰਵਾਲ ਹੋਰਾਂ ਵੱਲੋਂ ਇੱਕ ਉਪਰਾਲਾ ਜਿਹੜਾ ਆਰੰਭਿਆ ਗਿਆ ਹੈ, ਸਿੱਖਸ ਫॉर ਹਿਊਮੈਨਿਟੀ ਉਹਨਾਂ ਦਾ ਮੇਨ ਮਿਸ਼ਨ ਆ। ਪਰ ਉਹਦੇ ਨਾਲ ਜਿਹੜਾ ਗੁਰੂ ਨਾਨਕ ਫ੍ਰੀ ਕਿਚਨ ਆਰੰਭੀ ਗਈ ਹੈ ਐਡਮਿੰਟਨ ਵਿੱਚ ਲੋੜਵੰਦ ਲੋਕਾਂ ਲਈ। ਔਰ ਇਹ 97 ਸਟਰੀਟ ਤੇ 108 ਐਵੀਨਿਊ ਦੇ ਨੇੜੇ ਜਿਹੜਾ ਡਾਊਨਟਾਊਨ ਦਾ ਏਰੀਆ ਆ, ਜਿੱਥੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਇਸ ਤਰ੍ਹਾਂ ਲੋੜ ਰਹਿੰਦੀ ਆ, ਉਹਨਾਂ ਲਈ ਇਹ ਉਪਰਾਲੇ ਇੱਥੇ ਆਰੰਭੇ ਗਏ ਨੇ। ਅਤੇ ਅੱਜ ਅਸੀਂ ਮਨਜੀਤ ਸਿੰਘ ਨਰਵਾਲ ਹੋਰਾਂ ਪਾਸ ਪਹੁੰਚੇ ਹਾਂ, ਗੁਰੂ ਨਾਨਕ ਫ੍ਰੀ ਕਿਚਨ ਜਿੱਥੇ ਉਹਨਾਂ ਨੇ ਬਣਾਈ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਨਜੀਤ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਜੀ, ਪਹਿਲਾਂ ਤਾਂ ਇਹ ਦੱਸੋ ਵੀ ਇਹ ਜਿਹੜਾ ਤੁਸੀਂ ਉਪਰਾਲਾ ਆਰੰਭਿਆ, ਇਹਦਾ ਜਿਹੜਾ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਇਹ ਸੋਚ ਆਈ ਵੀ ਸਾਨੂੰ ਆਹ ਕੰਮ ਕਰਨਾ ਚਾਹੀਦਾ? ਵੀਰ ਜੀ, ਗੱਲ ਸੀ ਇੱਦਾਂ ਹੋਈ, ਅਸੀਂ ਨਾ 2014 ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀਗਾ ਇਹ ਕੰਮ। ਉਸ ਟਾਈਮ 'ਤੇ ਇੱਕ ਮੇਰਾ ਬੜਾ ਕਰੀਬੀ ਦੋਸਤ ਸੀ, ਉਹਨਾਂ ਦੀ ਹੋ ਗਈ ਸੀ ਡੈਥ। ਅਤੇ ਸੋਚਦੇ ਹੁੰਦੇ ਸੀ ਵੀ ਜਦੋਂ ਸਿਆਣੇ ਬਜ਼ੁਰਗ ਹੋ ਗਏ, ਰਿਟਾਇਰ ਹੋਏ ਤਾਂ ਸੇਵਾ ਕਰਿਆ ਕਰਾਂਗੇ। ਉਸ ਟਾਈਮ ਦੇ ਮਨ ਦੇ ਵਿੱਚ ਆਇਆ ਬਈ ਜ਼ਿੰਦਗੀ ਦਾ ਪਤਾ ਨਹੀਂ ਵੀ ਕੱਲ੍ਹ ਨੂੰ ਜੀਣਾ ਕਿ ਨਹੀਂ, ਅਤੇ ਫਿਰ ਅਸੀਂ ਸੇਵਾ ਸ਼ੁਰੂ ਕਰਨ ਦਾ ਪਲਾਨ ਕੀਤਾ ਘਰੇ ਸਲਾਹ ਕਰਕੇ। ਤੁਸੀਂ ਕੰਮ ਆਰੰਭਿਆ ਆ, ਇਹਦੇ ਥੱਲੇ ਤੁਸੀਂ ਕੀ ਆਬਜੈਕਟਿਵ ਜਿਹੜੇ ਰੱਖੇ ਆ ਜੀ? ਵੀਰ ਜੀ, ਸ਼ੁਰੂ 'ਚੋਂ ਜਦੋਂ ਅਸੀਂ ਲੰਗਰ ਦੀ ਸੇਵਾ ਡਾਊਨਟਾਊਨ ਦੇ ਵਿੱਚ ਸ਼ੁਰੂ ਕੀਤੀ ਅਤੇ ਦੋ ਸਕੂਲਾਂ ਦੇ ਵਿੱਚ ਵੀ ਅਸੀਂ ਲੰਚ ਪ੍ਰੋਗਰਾਮ ਸ਼ੁਰੂ ਕੀਤਾ ਸੀ। ਉਸ ਟਾਈਮ 'ਤੇ ਅਸੀਂ ਇੱਕ ਬੁੱਕ ਵੀ ਇੰਟਰੋਡਿਊਸ ਕੀਤੀ ਸੀ, ਸ਼ਾਇਦ ਤੁਹਾਨੂੰ ਯਾਦ ਹੋਣਾ, ਬਰੀਫ ਇੰਟਰੋਡਕਸ਼ਨ ਆਫ ਸਿੱਖਿਜ਼ਮ, ਜਿਹਦੇ ਇੱਕ ਅਸੀਂ ਲੱਖ ਕਾਪੀ ਛਪਾਈ ਸੀ, ਜੋ ਅਸੀਂ ਉਹ ਕਾਫੀ ਦੂਰ ਤੱਕ ਅਸੀਂ ਡਿਸਟਰੀਬਿਊਟ ਕੀਤੀ। ਅਤੇ ਫਿਰ ਸਾਡਾ ਸੀਗਾ ਵੀ ਸਾਨੂੰ ਕੁਛ ਡਿਫੀਕਲਟੀਆਂ ਆ ਰਹੀਆਂ ਸੀ ਲੰਗਰ ਪ੍ਰਪੇਅਰ ਕਰਨ ਨੂੰ। ਅਤੇ ਫਿਰ ਉਸ ਟਾਈਮ 'ਤੇ ਅਸੀਂ ਜਗ੍ਹਾ ਬਾਏ ਕਰ ਲਈ ਸੀ 2015 ਦੇ ਵਿੱਚ। ਅਤੇ ਉਦੋਂ ਫਿਰ ਸੋਚਿਆ ਸੀ ਵੀ ਜੇ ਸੇਵਾ ਕਰਨੀ ਹੈ ਤਾਂ ਇੱਕ ਆਡੀ ਕਿਚਨ ਬਣਾ ਲਈਏ, ਜਿੱਥੇ ਸਾਨੂੰ ਕੋਈ ਦਿੱਕਤ ਨਾ ਆਵੇ, ਅਸੀਂ ਜਦੋਂ ਦਿਲ ਕਰੇ ਉਦੋਂ ਸੇਵਾ ਕਰ ਸਕੀਏ। ਪਹਿਲਾਂ ਤੁਸੀਂ ਇਹ ਗੁਰੂ ਘਰਾਂ ਦੇ ਵਿੱਚੋਂ ਲੰਗਰ ਤਿਆਰ ਕਰਕੇ ਤੇ ਡਾਊਨਟਾਊਨ ਲੈ ਕੇ ਆਉਂਦੇ ਸੀ ਜੀ? ਪਹਿਲਾਂ ਤਾਂ ਵੀਰ ਜੀ ਆਪਣੇ ਤਾਰਕ ਵੀਰ ਤੁਸੀਂ ਜਾਣਦੇ ਹੋ, ਮਹਾਰਾਜਾ ਵੈਂਕਟ ਹਾਲ ਵਾਲੇ, ਸ਼ੁਰੂ ਦੇ ਵਿੱਚ ਉਹਨਾਂ ਨੇ ਸਾਨੂੰ ਆਪਣੀ ਕਿਚਨ ਯੂਜ਼ ਕਰਨ ਦਾ ਮੌਕਾ ਦਿੱਤਾ। ਉਹਨਾਂ ਦੇ ਕੁੱਕ ਹੁੰਦਾ ਸੀ, ਅਸੀਂ ਉਹਨੂੰ $100 ਫੀਸ ਦਿੰਦੇ ਸੀ, ਅਸੀਂ ਉਹਨਾਂ ਨੂੰ ਗਰੋਸਰੀ ਦਿੰਦੇ ਸੀ। ਉਹਨਾਂ ਨੇ ਸਾਡੀ ਹੈਲਪ ਕੀਤੀ ਸ਼ੁਰੂ ਦੇ ਵਿੱਚ। ਸੋ ਉਸ ਤੋਂ ਬਾਅਦ ਫਿਰ ਕੁਛ ਅਸੀਂ ਪਹਿਲਾਂ ਘਰੇ ਵੀ ਗਰਾਜ ਦੇ ਵਿੱਚ ਵੀ ਸੈਂਡਵਿਚ ਵਗੈਰਾ ਬਣਾਉਂਦੇ ਰਹੇ, ਅਤੇ ਕੁਛ ਦੇਰ ਬਾਅਦ ਫਿਰ ਅਸੀਂ ਮੈਲੋਡਸ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਲੰਗਰ ਪ੍ਰਪੇਅਰ ਕਰਦੇ ਰਹੇ ਹਾਂ ਜੀ। ਹਾਂਜੀ। ਅਤੇ ਹੁਣ ਜਿਹੜਾ ਇਹ ਉਪਰਾਲਾ ਇੱਥੇ ਤੁਸੀਂ ਕਰ ਰਹੇ ਆ, ਇਹਦੇ ਵਿੱਚ ਸਰਵ ਕਿੱਥੇ ਕਰਿਆ ਕਰੋਗੇ? ਇੱਥੇ ਹੀ ਜੀ ਸਰਵ ਕਰਨ ਦਾ ਵੀ ਬਣਾਇਆ ਜਾਂ ਬਾਹਰ ਜਾ ਕੇ ਕਿਤੇ ਪ੍ਰੋਵਾਈਡ ਕਰਿਆ ਕਰੋਗੇ ਲੰਗਰ? ਅਸੀਂ ਵੀਰ ਜੀ ਇਸ ਤਰ੍ਹਾਂ ਕਰਨਾ ਹੈਗਾ, ਦੋ ਚੀਜ਼ਾਂ ਅਸੀਂ ਕਰਾਂਗੇ। ਇੱਕ ਤਾਂ ਹੈਗਾ ਵੀ ਇੱਥੋਂ ਅਸੀਂ ਕੁੱਕ ਕਰਕੇ ਅਸੀਂ ਹੋਮ ਮਿਸ਼ਨ ਦੇ ਅੱਗੇ ਟੈਂਟ ਲਾ ਕੇ ਸਰਵ ਕਰਾਂਗੇ। ਪਹਿਲਾਂ ਸੋਚਿਆ ਸੀ ਵੀ ਇੱਥੇ ਬਾਹਰ ਟੈਂਟ ਲਾ ਕੇ ਇੱਥੇ ਹੀ ਸਰਵ ਕਰਿਆ ਕਰੀਏ ਬਿਲਡਿੰਗ ਦੇ ਬਾਹਰ, ਪਰ ਉਹ ਅਸੀਂ ਹੁਣ ਮਹਿਸੂਸ ਕਰਦੇ ਹਾਂ ਕਿਉਂਕਿ ਨੇਬਰਹੁੱਡ ਨੇ ਕਾਫੀ ਅਪਸੈਟ ਹੋ ਜਾਣਾ ਜੇ ਅਸੀਂ ਇੱਥੇ ਕੀਤਾ ਤਾਂ ਲੋਕਾਂ ਨੇ ਇੱਥੇ ਟੈਂਟ ਲਾ ਕੇ ਬੈਠ ਜਾਣਾ। ਸੋ ਇਸ ਤਰ੍ਹਾਂ ਹੈਗਾ। ਦੂਸਰਾ ਹੈਗਾ ਪ੍ਰੋਗਰਾਮ ਅਸੀਂ ਸਕੂਲਾਂ ਦੇ ਵਿੱਚ ਸਾਡਾ ਹੈਗਾ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਅਸੀਂ ਵਿਚਾਰੇ ਕਾਫੀ ਇਹਨਾਂ ਏਰੀਏ ਦੇ ਵਿੱਚ ਗਰੀਬ ਬੱਚੇ ਆ ਸਕੂਲਾਂ 'ਚ ਪੜ੍ਹਦੇ, ਉਹਨਾਂ ਨੂੰ ਘਰੋਂ ਭੁੱਖੇ ਆਉਂਦੇ ਆ। ਸੋ ਜੇ ਭੁੱਖਾ ਬੱਚਾ ਆਊਗਾ ਉਹਨੇ ਪੜ੍ਹਨਾ ਵਿਚਾਰੇ ਨੇ ਕੀ ਆ, ਅਤੇ ਅਸੀਂ ਸੋਚਿਆ ਵੀ ਸਕੂਲਾਂ ਦੇ ਵਿੱਚ ਪ੍ਰੋਗਰਾਮ ਇੱਥੋਂ ਸ਼ੁਰੂ ਕਰਾਂਗੇ ਜੀ। ਵੈਸੇ ਅਸੀਂ ਪਹਿਲਾਂ ਵੀ ਸਕੂਲਾਂ ਦਾ ਪ੍ਰੋਗਰਾਮ ਕਰਦੇ ਆ ਰਹੇ ਹਾਂ 2014 ਤੋਂ। ਹੁਣ ਅਸੀਂ ਉਸ 'ਤੇ ਜ਼ਿਆਦਾ ਫੋਕਸ ਕਰਨਾ ਕਿਉਂਕਿ ਅਸੀਂ ਇਹ ਸਾਈਕਲ ਜਿਹਾ ਬ੍ਰੇਕ ਕਰਨਾ ਚਾਹੁੰਦੇ ਹਾਂ, ਕਿਉਂਕਿ ਜਿਹੜੇ ਹੋਮਲੈਸ ਨੇ ਉਹ ਤਕਰੀਬਨ ਜ਼ਿਆਦਾ ਕਰਕੇ ਨਸ਼ਾ ਪੱਤਾ ਕਰਦੇ ਨੇ ਜਾਂ ਕਿਸ ਤਰ੍ਹਾਂ। ਅਸੀਂ ਚਾਹੁੰਦੇ ਹਾਂ ਵੀ ਬੱਚਿਆਂ 'ਤੇ ਕੋਸ਼ਿਸ਼ ਕਰੀਏ ਵੀ ਕੋਈ ਉਹਨਾਂ ਦੀ ਲਾਈਫ ਅਸੀਂ ਚੇਂਜ ਕਰਨ ਦੀ ਟਰਾਈ ਕਰੀਏ। ਅਤੇ ਤੁਹਾਨੂੰ ਆਪਣੇ ਭਾਈਚਾਰੇ ਦੇ ਵਿੱਚੋਂ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ ਜੀ? ਬਹੁਤ ਵੱਡਾ ਹੰਗਾਰਾ ਮਿਲਿਆ ਵੀਰ ਜੀ। ਕੱਲ੍ਹ ਕਨੈਕਟ FM 'ਤੇ ਰੇਡੀਓਥਾਨ ਵੀਰ ਜੀ ਹੋਰਾਂ ਨੇ ਕਰਵਾਇਆ ਸਾਡੇ ਵਾਸਤੇ। ਮੈਂ ਕਦੇ ਵੀ ਨਹੀਂ ਕਿਸੇ ਜ਼ਿਆਦਾ ਰੇਡੀਓ 'ਤੇ ਬਹੁਤਾ ਗਿਆ, ਅਤੇ ਉਹਨਾਂ ਨੇ ਮੈਨੂੰ ਆਪ ਫੋਨ ਕਰਕੇ ਦੱਸਿਆ ਵੀ ਅਸੀਂ ਕਰਨਾ ਚਾਹੁੰਦੇ ਹਾਂ। ਅਤੇ 2-4 ਦਿਨਾਂ ਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਕੀਤਾ ਅਤੇ ਤਕਰੀਬਨ $91,600 ਉਹ ਸਾਨੂੰ ਇੱਕ ਦਿਨ ਦੇ ਵਿੱਚ ਇਕੱਠੇ ਹੋਏ। ਅੱਜ ਇੱਥੇ ਮੇਰੇ ਵੀਰ ਭੈਣ ਭਰਾ ਕਈ ਆਏ, ਉਹਨਾਂ ਨੇ ਆ ਕੇ ਇੱਥੇ ਸੇਵਾ ਕੀਤੀ। ਅਸੀਂ ਜੀ ਆਲਮੋਸਟ $1,00,000 ਤੋਂ ਅਸੀਂ ਉੱਪਰ ਹੋ ਗਿਆ ਇਸ ਵੇਲੇ ਸਾਡਾ ਟੋਟਲ। ਹਾਂਜੀ ਹਾਂਜੀ, ਬਹੁਤ ਵਧੀਆ ਜੀ। ਅਤੇ ਹੋਰ ਇਹਦੇ ਨਾਲ ਜਿਹੜੇ ਜੀ ਤੁਸੀਂ ਆਬਜੈਕਟਿਵ ਹੈਗੇ ਆ ਉਹ ਕਿਹੜੇ ਕਰ ਰਹੇ ਆ? ਦੂਸਰੇ ਵੀਰ ਜੀ ਅਸੀਂ ਬੁੱਕਸ ਇੰਗਲਿਸ਼ ਦੇ ਵਿੱਚ 11 ਬੁੱਕਸ ਅਸੀਂ ਬਣਾਈਆਂ, ਇੱਧਰ ਤੁਹਾਨੂੰ ਮੈਂ ਦਿਖਾ ਸਕਦਾ ਪਈਆਂ। ਹਾਂਜੀ ਵੀਰ ਜੀ, ਅਸੀਂ ਨਾ ਇੰਗਲਿਸ਼ ਦੇ ਵਿੱਚ 11 ਬੁੱਕਸ ਕੱਢੀਆਂ ਨੇ, ਅਤੇ ਪੰਜਾਬੀ ਦੇ ਵਿੱਚ 4 ਬੁੱਕਸ ਨੇ, 5 ਪੰਜਾਬੀ ਦੇ ਵਿੱਚ ਨੇ। ਇਹ ਅਸੀਂ ਪਰਸੋਂ ਹੀ ਸਾਡੇ ਕੋਲੇ ਬਾਏ ਏਅਰ
500 kg ਬੁੱਕਸ ਕਹਿ ਲਓ 5 ਕੁਆਂਟਲ ਬਾਈ 에ਅਰ ਤੇ ਅਸੀਂ ਮੰਗਾਈਆਂ ਨੇ। ਉੱਥੇ ਪ੍ਰਿੰਟ ਹੋਈਆਂ ਪਈਆਂ ਸੀਗੀਆਂ, ਹੋ ਗਿਆ ਸੀ ਮਹੀਨਾ ਕੁ, ਪਰ ਸ਼ਿਪਿੰਗ ਦੀ ਅੱਜ ਕੱਲ੍ਹ ਬੜੀ ਪ੍ਰੋਬਲਮ ਆ, ਸੋ ਅਸੀਂ ਬਾਈ 에ਅਰ ਤੇ ਮੰਗਾਈਆਂ ਇਹ ਫ੍ਰੀ ਆਫ ਚਾਰਜ ਅਸੀਂ ਡਿਸਟਰੀਬਿਊਸ਼ਨ ਕਰਨੀ ਆ ਜੀ। ਇਹ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਟੀਚਿੰਗ ਹੈ ਇਹਦੇ ਵਿੱਚ, ਤੇ ਜੋ ਇਹਨਾਂ ਦੀ ਜਿਹੜੀ ਵਿਆਖਿਆ ਕੀਤੀ ਹੈ ਵੀਰ ਭੁਪਿੰਦਰ ਸਿੰਘ ਜੀ ਨੇ, ਕਾਫੀ ਪੜ੍ਹੇ ਲਿਖੇ ਨੇ, ਉਹ ਬਾਬੇ ਨਹੀਂ ਹੈਗੇ ਕੋਈ, ਨਾਰਮਲ ਸਾਡੇ ਵਰਗੇ ਆ, ਉਹਨਾਂ ਨੇ ਸਿਵਲ ਇੰਜੀਨੀਅਰਿੰਗ ਕੀਤੀ ਆ। ਹਾਂਜੀ ਹਾਂਜੀ, ਤਕਰੀਬਨ 30 ਸਾਲਾਂ ਤੋਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਕਰ ਰਹੇ ਨੇ ਜੀ। ਸੋ ਉਹਨਾਂ ਨਾਲ ਅਸੀਂ ਰਲ ਕੇ ਬੁੱਕਾਂ ਪ੍ਰਿੰਟ ਕਰਵਾਈਆਂ ਜੀ। ਹਾਂਜੀ ਠੀਕ ਹੈ। ਤੇ ਹੋਰ ਕੋਈ ਤੁਸੀਂ ਗੱਲ ਸਾਡੇ ਜੀ ਦਰਸ਼ਕਾਂ ਨੂੰ ਕਹਿਣਾ ਚਾਹੋ? ਹਾਂਜੀ ਵੀਰ ਜੀ, ਹੋਰ ਅਸੀਂ ਇੱਕ ਟੀਵੀ ਪ੍ਰੋਗਰਾਮ ਵੀ ਸਪਾਂਸਰ ਕੀਤਾ ਹੋਇਆ ਵੀਰ ਭੁਪਿੰਦਰ ਸਿੰਘ ਜੀ ਹੋਣਾ ਦਾ ਤੇ ਸਰਬਜੀਤ ਸਿੰਘ ਧੁੰਦਾ ਜੀ ਦਾ, ਚੈਨਲ ਪੰਜਾਬੀ ਤੇ 2 ਵਾਰੀ ਦਿਨ ਦੇ ਵਿੱਚ ਆਉਂਦਾ। USA ਦੇ ਵਿੱਚ ਗਲੋਬਲ ਪੰਜਾਬ TV ਆ ਮੇਰਾ ਖਿਆਲ, USA ਦੇ ਵਿੱਚ ਦੋਨਾਂ ਦਾ ਪ੍ਰੋਗਰਾਮ ਉੱਥੇ ਆਉਂਦਾ, ਉਹ ਸਾਡੀ ਸੰਸਥਾ ਉਹਨਾਂ ਨੂੰ ਸਪਾਂਸਰ ਕਰਦੀ ਹੈ। ਨੈਕਸਟ ਈਅਰ ਅਸੀਂ ਪਲਾਨ ਹੈਗਾ ਸਾਡਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਬਾਹਰ ਆਪਣੇ ਹੋਰ ਕਮਿਊਨਿਟੀਆਂ ਦੇ ਵਿੱਚ ਲਿਜਾ ਕੇ ਵੱਡੇ ਟੈਂਟ ਲਾ ਕੇ ਜਿੱਥੇ ਅਸੀਂ ਲੰਗਰ ਸਰਵ ਕਰਾਂਗੇ ਤੇ ਗੁਰੂ ਸਾਹਿਬ ਦੀ ਉੱਥੇ ਗੱਲਬਾਤ ਕਰਾਂਗੇ, ਤੇ ਆਪਣੇ ਇੰਗਲਿਸ਼ ਸਪੀਕਿੰਗ ਪ੍ਰਚਾਰਕ ਜਿਹੜੇ ਹੈਗੇ ਆ ਉਹ ਇੰਗਲੈਂਡ ਤੋਂ ਜਾਂ USA ਤੋਂ ਅਸੀਂ ਹਾਂਜੀ ਮੰਗਾਉਣ ਦੀ ਪਲਾਨ ਹੈਗੀ ਹੈ ਜੀ। ਬਹੁਤ ਬਹੁਤ ਧੰਨਵਾਦ ਨਿਰਵਾਲ ਸਾਹਿਬ। ਥੈਂਕ ਯੂ ਵੀਰ ਜੀ, ਥੈਂਕ ਯੂ ਫॉर ਯੂ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।